अस्सलाम वालेकुम की हाल है जी। उम्मीद है तुसी ठीक होने आ। ਅੱਜ ਜਿਹੜੀ ਮੈਂ ਸਟੋਰੀ ਤੁਹਾਨੂੰ ਸੁਣਾਉਣ ਚੱਲਾ ਨਾ, ਇਹ ਸਟੋਰੀ ਨਹੀਂ, ਇੱਕ ਹਕੀਕਤ ਹੈ ਕਿ ਜਦੋਂ ਵੀ ਤੁਸੀਂ ਜ਼ੁਲਮ ਦੇ ਖਿਲਾਫ ਖੜੇ ਹੋਵੋਗੇ ਨਾ, ਰੱਬ ਤੁਹਾਡੀ ਬਾਹ ਜ਼ਰੂਰ ਫੜੇਗਾ। ਇਸੇ ਤਰ੍ਹਾਂ ਹੀ ਇੱਕ ਪਿੰਡ ਦੇ ਵਿੱਚ ਬਾਬਾ ਰਹਿਮਤ ਰਹਿੰਦਾ ਹੁੰਦਾ ਸੀ, ਜਿਹੜਾ 60 ਸਾਲ ਤੋਂ ਉੱਤੇ ਉਮਰ ਸੀ ਉਹਦੀ। ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕਿ ਇੱਕ ਦੂਜੇ ਦੇ ਨਾਂ ਜਿਹੜੇ ਨਾ ਉਹ ਵਿਗਾੜਨ ਦਾ ਰਿਵਾਜ ਹੁੰਦਾ। ਹੁਣ ਬਾਬੇ ਰਹਿਮਤ ਨੂੰ ਰਹਿਮਾ ਕਹਿੰਦੇ ਸੀਗੇ ਤੇ ਨਾਲ ਉਹਦੇ ਖਰਾਸ ਵਾਲਾ ਲੱਗਦਾ ਸੀ। ਖਰਾਸ ਤੁਹਾਨੂੰ ਦੱਸਦਾ ਜਾਵਾਂ ਕਿ ਕੁਝ ਲੋਕ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ, ਇਹਨਾਂ ਨੂੰ ਨਹੀਂ ਪਤਾ ਹੋਣਾ ਕਿ ਖਰਾਸ ਕੀ ਹੁੰਦਾ। ਖਰਾਸ ਇਹ ਹੁੰਦਾ ਸੀ ਕਿ ਜਿਹਦੇ 'ਚ ਆਟਾ ਪੀਂਦੇ ਸੀ, ਦਾਣੇ ਪਾ ਕੇ ਆਟਾ ਪੀਂਦੇ ਸੀ ਤੇ ਉਹ ਬਾਹਰਲੀ ਸਾਈਡ ਤੇ ਜਿਵੇਂ ਵੇਲਣਾ ਨਹੀਂ ਗੋਲ ਘੁੰਮਦਾ, ਵੇਲਣੇ ਅੱਜ ਕੱਲ੍ਹ ਚੱਲਦੇ ਆ ਰਸ ਕੱਢਣ ਵਾਲੇ, ਤੇ ਦੋ ਬੈਲ ਜਿਹੜੇ ਟੱਗੇ ਉਹਦੇ ਤੇ ਲਾ ਕੇ ਉਹਨੂੰ ਗੋਲ ਘੁਮਾਉਂਦੇ ਸੀ। ਅੰਦਰ ਜਿਹੜੀ ਪੱਥਰ ਦੀ ਚੱਕੀ ਜੀ ਘੁੰਮਦੀ ਸੀ, ਉਹਦੇ 'ਚ ਦਾਣੇ ਪੈਂਦੇ ਸੀਗੇ ਤੇ ਉਹ ਆਟਾ ਬਣਦਾ ਸੀ। ਉਸ ਤੋਂ ਪਹਿਲੇ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸੀ, ਕਿਸੇ ਇਲਾਕੇ 'ਚ ਪਾਣੀ ਵਾਲੀਆਂ ਚੱਕੀਆਂ। ਆ ਜਿਹੜੀ ਮਸ਼ੀਨ ਵਾਲੀ ਚੱਕੀ ਆ ਨਾ, ਇਹ 94-95 ਤੋਂ ਬਾਅਦ 'ਚ ਜਾ ਕੇ ਆਮ ਹੋਈ ਆ, ਪਹਿਲੇ ਬਹੁਤ ਘੱਟ ਸੀ। ਇਹ ਵਾਕਿਆ ਜਿਹੜਾ 1991 ਦਾ ਆ। ਰਹਿਮਾ ਖਰਾਸ ਵਾਲਾ ਬੜਾ ਹੀ ਮਸ਼ਹੂਰ ਸੀਗਾ ਤੇ ਉਹਦੀ ਜਿਹੜੀ ਚੱਕੀ ਸੀ ਨਾ, ਉੱਥੇ ਬੜਾ ਰਸ਼ ਰਹਿੰਦਾ ਸੀਗਾ, ਕਿਉਂਕਿ ਉਹ ਇੱਕ ਪਿੰਡ ਸੈਂਟਰ 'ਚ ਸੀਗਾ। ਨਾਲ ਜਿਹੜੇ 3-4 ਪਿੰਡ ਸੀ ਨਾ, ਉੱਥੇ ਦੇ ਲੋਕ ਉੱਥੇ ਜਿਹੜੇ ਸੀ ਨਾ ਦਾਣੇ ਭਿਉਣ ਆਉਂਦੇ ਸੀ, ਦਾਣੇ ਭਿਉਣ ਆਉਂਦੇ ਸੀਗੇ ਤੇ ਆਪਣਾ ਆਟਾ ਬਣਾ ਕੇ ਲੈ ਜਾਂਦੇ ਸੀ ਘਰ, ਜਾ ਕੇ ਰੋਟੀ ਪਾਣੀ ਚੱਲਦਾ ਸੀਗਾ। ਤੇ ਇੱਕ ਦਿਨ ਕੀ ਹੋਇਆ ਕਿ ਰਹਿਮਾ ਖਰਾਸ ਵਾਲਾ ਜਿਹੜਾ ਨਾ, ਉਹ ਆਟਾ ਪੀ ਰਿਹਾ ਸੀਗਾ। ਬਹੁਤ ਸਾਰੇ ਲੋਕ ਸੀਗੇ ਤੇ ਉਹਦੇ ਕੋਲ ਸ਼ਾਮੀ ਤਕਰੀਬਨ 3-4 ਵਜੇ ਦਾ ਟਾਈਮ ਆ, ਤੇ ਨਾਲ ਦੇ ਪਿੰਡੋਂ ਇੱਕ ਕੁੜੀ ਆਉਂਦੀ ਆ ਕੇ ਦਾਣੇ ਉਹਨੇ ਖੋਤੀ ਤੇ ਰੱਖ ਕੇ ਲੈ ਆਉਂਦੀ। ਉਸ ਟਾਈਮ 'ਚ ਨਾ ਖੋਤੀਆਂ ਵਾਹਵਾ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਤਾਂ ਖੋਤੀ ਦਾ ਰਿਵਾਜ ਘਟਦਾ ਜਾ ਰਿਹਾ, ਉਹਦੀ ਜਗ੍ਹਾ ਤੇ ਮੋਟਰਸਾਈਕਲ ਆ ਗਈ ਆ। ਤੇ ਹੁਣ ਤੇ ਨਿਆਣਿਆਂ ਨੇ ਕਿਤੇ ਲੈਟਰਿਨ ਵੀ ਜਾਣਾ ਹੋਵੇ ਤੇ ਕਹਿੰਦੇ ਮੋਟਰਸਾਈਕਲ ਤੇ ਹੀ ਜਾਣਾ। ਉਹ ਖੋਤੀ ਤੇ ਦਾਣੇ ਲੈ ਕੇ ਆਈ ਆ, ਉਹਨੇ ਆ ਕੇ ਉੱਥੇ ਦਾਣੇ ਰੱਖੇ ਆ ਤੇ ਬਾਬਾ ਦੂਸਰਿਆਂ ਦੇ ਦਾਣੇ ਪੀ ਰਿਹਾ। ਉਹਦੇ ਮਗਰ ਹੀ ਇੱਕ ਮੁੰਡਾ ਵੀ ਆ ਗਿਆ। ਉਹ ਮੁੰਡਾ ਉਸੇ ਪਿੰਡ ਦਾ ਸੀਗਾ ਤੇ ਉਹ ਕੁੜੀ ਦੇ ਮਗਰ ਸੀਗਾ। ਉਹ ਮੁੰਡੇ ਦੀ ਗੰਦੀ ਨਜ਼ਰ ਸੀ ਕੁੜੀ ਤੇ, ਇਹ ਸਿੱਧਾ ਕਹਿ ਲਓ ਕਿ ਕੁੜੀ ਨੂੰ ਉਹ ਛੇੜਨਾ ਚਾਹੁੰਦਾ ਸੀਗਾ। ਲੇਕਿਨ ਕੁੜੀ ਜਿਹੜੀ ਸੀ ਉਹਨੂੰ ਪਸੰਦ ਨਹੀਂ ਕਰਦੀ ਸੀਗੀ। ਕੁੜੀ ਥੋੜੀ ਜਿਹੀ ਮਾੜੇ ਘਰ ਦੀ ਸੀ, ਮੁੰਡਾ ਖਾਂਦੇ ਪੀਂਦੇ ਘਰ ਦਾ ਸੀਗਾ, ਲੇਕਿਨ ਲੋਫਰ ਲਫੰਗਾ ਜਿਹਾ ਸੀ। ਅੱਛਾ, ਕੁੜੀ ਪਹਿਲੇ ਆਈ ਆ, ਮੁੰਡਾ ਆਇਆ ਬਾਅਦ 'ਚ। ਹੁਣ ਜਦੋਂ ਬਾਬੇ ਨੇ ਕੁੜੀ ਦੇ ਦਾਣੇ ਚੱਕਣ ਲੱਗਾ ਨਾ, ਪੀਣ ਲੱਗਾ, ਤੇ ਮੁੰਡਾ ਪਿੱਛੋਂ ਬੋਲਿਆ, ਬਾਬਾ ਨਹੀਂ ਪਹਿਲੇ ਮੇਰੇ ਦਾਣੇ ਪੀ, ਮੈਨੂੰ ਜਲਦੀ ਆ। ਹੁਣ ਉਹਦਾ ਮਕਸਦ ਕੀ ਸੀਗਾ ਕਿ ਮੇਰੇ ਦਾਣੇ ਪੀ ਹੋ ਜਾਣਗੇ, ਕੁੜੀ ਨੂੰ ਹੋ ਜਾਏਗੀ ਦੇਰ। ਜਦੋਂ ਦੇਰ ਹੋ ਜਾਏਗੀ ਤੇ ਹਨੇਰੇ ਦੇ ਵਿੱਚ ਜਾਏਗੀ, ਤੇ ਉਦੋਂ ਜਿਹੜੇ ਰਾਹ ਹੁੰਦੇ ਸੀ ਨਾ, ਰਾਹਾਂ ਦੇ ਉੱਤੇ ਇੱਕ ਪਿੰਡ ਦੂਸਰੇ ਪਿੰਡ ਤੋਂ 2-3 ਮੁਰੱਬਿਆਂ ਦੇ ਫਾਸਲੇ ਤੇ ਹੁੰਦਾ ਸੀ, ਇਹ ਨਹੀਂ ਕਿ ਨਾਲ ਹੀ। ਅੱਜ ਕੱਲ੍ਹ ਤੇ ਹਰ ਇੱਕ ਮੁਰੱਬੇ ਤੋਂ ਬਾਅਦ ਪਿੰਡ ਆ ਜਾਂਦਾ। ਉਸ ਦੌਰ 'ਚ ਪਿੰਡ ਵੀ ਦੂਰ ਦੂਰ ਹੁੰਦੇ ਸੀਗੇ, ਤੇ ਪਿੰਡਾਂ ਦੇ ਜਿਹੜੇ ਰਾਹ ਸੀ ਉਹਨਾਂ ਦੇ ਉੱਤੇ ਕਾਨੇ, ਜੰਡ, ਗੰਦ ਬਲਾ ਜਿਹਾ ਉੱਗਿਆ ਹੁੰਦਾ ਸੀਗਾ, ਤੇ ਬੜਾ ਖੌਫ ਆਉਂਦਾ ਸੀ। ਰਾਤ ਦੇ ਟਾਈਮ ਕੋਈ ਸਫ਼ਰ ਹੀ ਨਹੀਂ ਕਰਦਾ ਸੀਗਾ। ਅੱਛਾ, ਬਾਬੇ ਨੇ ਉਹ ਮੁੰਡੇ ਨੂੰ ਕਿਹਾ, ਬਾਬਾ ਬੜਾ ਸਿਆਣਾ ਸੀਗਾ, ਰਹਿਮਾ ਜਿਹੜਾ ਸੀ ਨਾ ਬਹੁਤ ਸਿਆਣਾ ਸੀਗਾ। ਤੇ ਜਿਹੜੇ ਬੰਦੇ ਆ ਕੰਮ ਕਰਦੇ ਹੁੰਦੇ ਨਾ, ਸਾਰੀ ਦਿਹਾੜੀ ਦੂਸਰਿਆਂ ਨਾਲ ਵਾਹ ਰਹਿੰਦਾ, ਉਹ ਸ਼ਕਲਾਂ ਵੇਖ ਕੇ ਪਹਿਚਾਣ ਜਾਂਦੇ ਵੀ ਇਹ ਬੰਦਾ ਕਿਹੋ ਜਿਹਾ। ਉਹ ਰਹਿਮੇ ਖਰਾਸ ਵਾਲਾ ਜਿਹੜਾ ਸੀ ਨਾ, ਉਹਨੇ ਮੁੰਡੇ ਨੂੰ ਕਿਹਾ, ਯਾਰ ਇਹ ਕੁੜੀ ਆ, ਧੀ ਧਿਆਣੀ ਆ, ਇਹਦਾ ਦਾਣੇ ਪਹਿਲੇ ਪੀ ਲੈਣ ਦੇ, ਇਹਦੇ ਦਾਣੇ ਪੀ ਦਿਆਂਗੇ ਇਹ ਟਾਈਮ ਨਾਲ ਘਰ ਚਲੀ ਜਾਊਗੀ, ਹਨੇਰੇ ਇਹਨੂੰ ਜਾਣਾ ਮੁਸ਼ਕਿਲ ਹੋ ਜਾਣਾ। ਤੂੰ ਤੇ ਜਵਾਨ ਮੁੰਡਾ ਹੈ, ਗੱਭਰੂ ਆ, ਤੂੰ ਹਨੇਰੇ ਵੀ ਟੁਰ ਜਾਏਗਾ, ਤੈਨੂੰ ਕਿਹੜਾ ਰੌਲਾ। ਲੇਕਿਨ ਉਹ ਮੁੰਡੇ ਦੇ ਦਿਮਾਗ 'ਚ ਤਾਂ ਫਤੂਰ ਸੀਗਾ, ਗਲਤ ਸੀਗਾ ਉਹ ਆਪਣੇ ਦਿਮਾਗ ਦੇ ਵਿੱਚ, ਕਿ ਮੈਂ ਕੁਛ ਨਾ ਕੁਛ ਅੱਜ ਛੇੜਨਾ ਇਹਨੂੰ, ਕੁੜੀ ਨੂੰ ਰਾਹ ਜਾਂਦੀ ਨੂੰ। ਅੱਛਾ, ਜਦੋਂ ਇੰਨੀ ਗੱਲ ਹੋਈ ਆ ਤਾਂ ਬਾਬਾ ਕਹਿੰਦਾ ਇਹਦੇ ਦਾਣੇ ਮੈਂ ਪੀਣੇ ਆ। ਉਹ ਇੰਨੇ 'ਚ ਕੁੜੀ ਵੀ ਬੋਲ ਪਈ, ਹਾਂਜੀ ਮੈਂ ਪਹਿਲੇ ਜਾਣਾ ਜੀ। ਅੱਛਾ, ਉਹ ਮੁੰਡੇ ਨੇ ਨਾ ਕੋਈ ਗੰਦੀ ਜੀ ਗਾਲ ਕੱਢੀ ਕੁੜੀ ਨੂੰ, ਜਾਂ ਕੋਈ ਭੈੜੀ ਗੱਲ ਕਹੀ। ਇਹਦੇ ਵਿੱਚ ਕੁੜੀ ਜਿਹੜੀ ਆ ਉਹ ਉਹਦੇ ਨਾਲ ਥੋੜੀ ਜਿਹੀ ਤਰਕ ਹੋ ਗਈ। ਦੋਨਾਂ ਦੇ ਦਰਮਿਆਨ 'ਚ ਕੁਛ ਐਸੀ ਗੱਲਾਂ ਹੋਈਆਂ ਕਿ ਜਿਹਦੇ ਤੋਂ ਮੁੰਡੇ ਨੇ ਨਾ ਕੁੜੀ ਨੂੰ ਗਰਦਨ ਤੋਂ ਫੜਿਆ ਤੇ ਕੰਧ ਨਾਲ ਲਾ ਲਿਆ। ਹੁਣ ਕੰਧ ਨਾਲ ਲਾ ਲਿਆ, 2-4 ਬੀਬੀਆਂ ਤੇ ਬੰਦੇ ਹੋਰ ਵੀ ਖੜੇ ਸੀ ਜਿਨ੍ਹਾਂ ਨੇ ਰੌਲਾ ਪਾ ਲਿਆ, ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਖਰਾਸ ਚੱਲਦੇ ਸੀ ਨਾ, ਬਾਹਰ ਮੰਜਾ ਡੱਠਿਆ ਹੁੰਦਾ ਸੀਗਾ, 1-2 ਬਾਬੇ, 1-2 ਬੀਬੀਆਂ ਉਹ ਬੈਠੀਆਂ ਹੁੰਦੀਆਂ ਸੀ ਗੱਪਾਂ ਮਾਰਨ ਨੂੰ, ਕਿਉਂਕਿ ਜਿਨ੍ਹਾਂ ਦੇ ਦਾਣੇ ਆਏ ਆ ਉਹਨਾਂ ਨੇ ਹੁਣ ਕਿੱਥੇ ਜਾਣਾ, ਉਹ ਦਾਣੇ ਲੈ ਕੇ ਹੀ ਵਾਪਸ ਜਾਂਦੇ ਸੀਗੇ। ਅੱਛਾ, ਉਹ ਬੀਬੀਆਂ ਵੀ ਖੜੀਆਂ, ਉਹਨਾਂ ਨੇ ਰੌਲਾ ਪਾ ਲਿਆ, ਵੇ ਛੱਡ ਦੇ ਕਾਕੀ ਨੂੰ, ਵੇ ਛੱਡ ਦੇ ਕਾਕੀ ਨੂੰ। ਉਹ ਮੁੰਡਾ ਆਪਣੇ ਪੈਸੇ, ਕਿਉਂਕਿ ਪਿੱਛੋਂ ਤਗੜਾ ਸੀਗਾ ਪੈਸਿਆਂ ਵੱਲੋਂ, ਹੈ ਲੋਫਰ ਲਫੰਗਾ ਸੀਗਾ, ਉਹ ਆਪਣੇ ਪੈਸਿਆਂ ਦੇ ਘਮੰਡ ਦੇ ਵਿੱਚ ਕਵੇ, ਨਹੀਂ ਅੱਜ ਮੈਂ ਇਹਨੂੰ ਮਾਰ ਕੇ ਹੀ ਸਾਹ ਲੈਣਾ। ਉਹ ਬਾਬਾ ਰਹਿਮਾ ਵੇਖ ਰਿਹਾ ਕਿ ਯਾਰ ਇਹ ਮੇਰੀ ਚੱਕੀ ਤੇ ਆ ਕੇ ਇੱਕ ਧੀ ਧਿਆਣੀ ਨੂੰ ਛੇੜੀ ਜਾਂਦਾ। ਬਾਬੇ ਰਹਿਮੇ ਦੀ ਜਿਹੜੀ ਗੈਰਤ ਸੀ ਉਹਨੇ ਜੋਸ਼ ਕੀਤਾ। ਬਾਬੇ ਰਹਿਮੇ ਨੇ ਕੀ ਕੀਤਾ, ਉਹ ਜਿਹੜਾ ਘੇ ਵਾਲਾ ਟੀਨ ਨਹੀਂ ਹੁੰਦਾ ਜਿਹਦੇ ਘੇ ਆਂਦਾ 16 ਕਿਲੋ, ਪੁਰਾਣੇ ਦੌਰ ਦੇ ਵਿੱਚ ਉਹਨੂੰ ਕੱਟ ਕੇ ਢੱਕਣ ਵੀ ਲਾਏ ਜਾਂਦੇ ਸੀਗੇ, ਤੇ ਕਈ ਜਗ੍ਹਾ ਤੇ ਉਹਨੂੰ ਕੰਮ 'ਚ ਲੈਣ ਲਈ ਉਹਦੇ ਸੈਂਟਰ ਦੇ ਵਿੱਚ ਨਾ ਇੱਕ ਡੰਡਾ ਲਾ ਕੇ ਤੇ ਉਹਨੂੰ ਕਿੱਲ ਲਾ ਕੇ ਚੁੱਕਣ ਨੂੰ ਬਣਾਇਆ ਜਾਂਦਾ ਸੀਗਾ। ਬਾਬਾ ਉਹਦੇ ਦਾਣੇ ਪਾ ਕੇ ਤੇ ਉੱਤੋਂ ਉਹਦੇ ਚੱਕੀ 'ਚ ਪਾਉਂਦਾ ਹੁੰਦਾ ਸੀਗਾ ਖਰਾਸ ਦੇ ਵਿੱਚ। ਉਹਦੇ ਵਿੱਚ ਕੋਈ ਥੋੜੇ ਜਿਹੇ ਦਾਣੇ ਪਏ ਸੀਗੇ 2-4 ਕਿਲੋ। ਬਾਬੇ ਨੇ ਐਵੇਂ ਹੀ ਚੱਕਿਆ, ਚੱਕ ਕੇ ਜਦੋਂ ਮਾਰਿਆ ਨਾ, ਤੇ ਉਹ ਮੁੰਡੇ ਤੇ ਜਾ ਕੇ ਵੱਜਾ ਸਿਰ 'ਚ।
ਹੁਣ ਬਾਬੇ ਦੇ ਜ਼ਿਹਨ 'ਚ ਸੀਗਾ ਕਿ ਇਹ ਟੀਨ ਦੇ ਨਾਲ ਕੀ ਹੋਣਾ, ਪਤਲਾ ਜਿਹਾ ਤਾਂ ਟੀਨ ਹੁੰਦਾ ਆ, ਇਹ ਮੁੰਡਾ ਥੋੜਾ ਜਿਹਾ ਡਰ ਜਾਏਗਾ, ਤਰਾ ਦਿਆਂਗਾ ਤੇ ਇਹ ਚਲਾ ਜਾਏਗਾ, ਰੌਲਾ ਮੁੱਕ ਜਾਏਗਾ। ਲੇਕਿਨ ਉਹ ਟੀਨ ਜਦੋਂ ਉਹਦੇ ਵੱਜਾ ਆ ਤੇ ਮੁੰਡਾ ਥਾਂ ਦੇ ਉੱਤੇ ਡਿੱਗਿਆ, ਡਿੱਗਣ ਤੋਂ ਬਾਅਦ ਮਰ ਗਿਆ। ਜਦੋਂ ਮਰਿਆ ਤੇ ਰੌਲਾ ਬਣ ਗਿਆ, ਨਾਲ ਦੇ ਪਿੰਡੋਂ ਮੁੰਡੇ ਦੇ ਘਰ ਵਾਲੇ ਵੀ ਆ ਗਏ, ਕੁੜੀ ਦੇ ਘਰ ਵਾਲੇ ਵੀ ਆ ਗਏ। ਤੇ ਉਸ ਦੌਰ ਦੇ ਵਿੱਚ ਪਿੰਡਾਂ ਦੇ ਵਿੱਚ ਚੌਧਰੀ ਨੰਬਰਦਾਰ ਹੁੰਦੇ ਸੀਗੇ। ਉਹ ਨੰਬਰਦਾਰ ਚੌਧਰੀ ਉਹ ਹੁੰਦੇ ਸੀ ਜਿਹੜੇ ਕਿ ਜਿਹੜੀ ਗੱਲ ਕਰ ਦਿੰਦੇ ਸੀ ਪੂਰਾ ਪਿੰਡ ਉਹਦੇ ਪਿੱਛੇ ਖੜਾ ਹੁੰਦਾ ਸੀਗਾ। ਹੁਣ ਰਹਿਮੇ ਖਰਾਸ ਵਾਲੇ ਨੇ ਇਹ ਕੰਮ ਤੇ ਕਰ ਲਿਆ, ਉਹ ਹੁਣ ਮੁਕਰਿਆ ਨਹੀਂ ਆਪਣੀ ਗੱਲ ਤੋਂ। ਉਹਨੇ ਕਿਹਾ ਜੀ ਇਹ ਮੁੰਡਾ ਗਲਤ ਸੀਗਾ ਤੇ ਮੈਂ ਤਾਂ ਮਾਰਿਆ, ਲੇਕਿਨ ਮੇਰਾ ਇਰਾਦਾ ਇਹਨੂੰ ਮਾਰਨ ਦਾ ਨਹੀਂ ਸੀਗਾ, ਮੈਂ ਸਿਰਫ ਇਹਨੂੰ ਤਰਾਣਾ ਸੀਗਾ ਕਿ ਇਹ ਇੱਥੋਂ ਇਹਨੂੰ ਛੱਡ ਕੇ ਤੇ ਚਲਾ ਜਾਵੇ। ਧੀ ਧਿਆਣੀਆਂ ਮੇਰੀਆਂ ਵੀ ਧੀਆਂ ਹੈਗੀਆਂ, ਤੁਹਾਡੀਆਂ ਵੀ ਹੈਗੀਆਂ। ਅੱਛਾ, ਸਾਰੀ ਪੰਚਾਇਤ ਬਹਿ ਗਈ। ਪੰਚਾਇਤ ਦੇ ਵਿੱਚ ਜਦੋਂ ਚੌਧਰੀ ਨੇ ਤਿੰਨਾਂ ਘਰਾਂ ਨੂੰ ਸੁਣਿਆ ਨਾ, ਰਹਿਮੇ ਖਰਾਸ ਵਾਲੇ ਨੂੰ ਵੀ ਸੁਣਿਆ, ਬੱਚੀ ਨੂੰ ਵੀ ਸੁਣਿਆ, ਤੇ ਮੁੰਡੇ ਦੇ ਘਰ ਵਾਲਿਆਂ ਨੇ ਜਿਹੜੀ ਗੱਲ ਸੁਣਾਈ ਉਹ ਵੀ ਸੁਣੀ। ਫਿਰ ਚੌਧਰੀ ਨੇ ਜਿਹੜੇ ਉੱਥੇ ਮੌਕੇ ਤੇ ਬੰਦੇ ਮੌਜੂਦ ਸੀ ਉਹਨਾਂ ਦੀ ਗਵਾਹੀ ਵੀ ਸੁਣੀ। ਜਦੋਂ ਉਹਨਾਂ ਦੀ ਗਵਾਹੀ ਸੁਣੀ, ਚੌਧਰੀ ਨੇ ਐਂਡ ਤੇ ਆ ਕੇ ਫੈਸਲਾ ਕੀਤਾ ਕਿ ਯਾ ਜਨਾਬ ਇੱਥੇ ਬਾਬੇ ਦਾ ਕੋਈ ਕਸੂਰ ਨਹੀਂ ਹੈਗਾ, ਕਸੂਰ ਸਾਰਾ ਤੁਹਾਡੇ ਮੁੰਡੇ ਦਾ ਆ, ਉਹਨੇ ਕੁੜੀ ਨੂੰ ਕਿਉਂ ਛੇੜਿਆ। ਇਹ ਲਿਹਾਜ਼ਾ ਆਪਣੇ ਜਿਹੜੇ ਜਵਾਨ ਬੱਚੇ ਆ ਨਾ, ਇਹਨਾਂ ਨੂੰ ਲਗਾਮ ਪਾਓ, ਇਹਨਾਂ ਨੂੰ ਦੱਸੋ ਕਿ ਧੀਆਂ ਧਿਆਣੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਐਵੇਂ ਕਿਸੇ ਨੂੰ ਛੇੜੀਦਾ ਨਹੀਂ ਹੁੰਦਾ। ਤੇ ਬਾਬੇ ਰਹਿਮੇ ਨੂੰ ਉੱਥੇ ਛੱਡਤਾ ਗਿਆ ਤੇ ਉਹ ਬੱਚੇ ਵਾਲੇ ਜਦੋਂ ਵਾਪਸ ਚਲੇ ਗਏ। ਲੇਕਿਨ ਇੱਥੇ ਇੱਕ ਸਟੋਰੀ ਸੁਣਾਉਣ ਦਾ ਮਕਸਦ ਇਹ ਆ ਕਿ ਗੈਰਤਮੰਦ ਬੰਦਾ ਕਿਸੇ ਵੀ ਦੌਰ 'ਚ ਹੋਏਗਾ ਨਾ, ਕਿਤੇ ਵੀ ਖੜਾ ਹੋਏਗਾ, ਜਿੱਥੇ ਨਾ ਇਨਸਾਫੀ ਹੋਏਗੀ ਉੱਥੇ ਉਹ ਆਕੜੇਗਾ ਜ਼ਰੂਰ, ਉਹਦਾ ਖੂਨ ਜ਼ਰੂਰ ਜੋਸ਼ ਮਾਰੇਗਾ। ਤੇ ਸਾਡੇ ਇੱਥੇ ਅੱਜ ਕੱਲ ਗੈਰਤ ਹੀ ਮਰ ਗਈ ਆ। ਸਾਡੇ ਸਾਹਮਣੇ ਕਿਸੇ ਦੀ ਧੀ ਭੈਣ ਨੂੰ ਕੋਈ ਛੇੜ ਰਿਹਾ ਹੋਵੇ, ਕੋਈ ਮਾਰ ਰਿਹਾ ਹੋਵੇ, ਅਸੀਂ ਉਲਟਾ ਮੋਬਾਈਲ ਕੱਢੀ ਦਾ ਤੇ ਵੀਡੀਓ ਬਣਾਈ ਦੀ ਹੈ, ਯਾਰ ਅਸੀਂ ਇੰਜੋਏ ਕਰਾਂਗੇ ਬਾਅਦ 'ਚ, ਬਜਾਏ ਇਸ ਦੇ ਕਿ ਉਹਦੀ ਜਾਨ ਛੁਡਾਈਏ, ਉਹਦੇ ਹੱਕ ਦੇ ਵਿੱਚ ਖੜੇ ਹੋਈਏ। ਕਿਉਂਕਿ ਜੋ ਤੁਸੀਂ ਅੱਜ ਕਰੋਗੇ ਉਹੀ ਕੱਲ ਨੂੰ ਭਰੋਗੇ। ਉਹ ਅੱਜ ਕਿਸੇ ਦੀ ਭੈਣ ਨਾਲ ਹੋ ਰਿਹਾ, ਕੱਲ ਨੂੰ ਤੁਹਾਡੀ ਧੀ ਭੈਣ ਨਾਲ ਵੀ ਹੋ ਸਕਦਾ। ਲਿਹਾਜ਼ਾ ਕਿਤੇ ਵੀ ਐਵੇਂ ਦਾ ਮਾਮਲਾ ਵੇਖੋ ਤੇ ਉਹਨੂੰ ਸੰਭਾਲੋ, ਉਹਨੂੰ ਸੈੱਟ ਕਰੋ, ਨਾ ਕਿ ਉਹਨੂੰ ਹੋਰ ਹਵਾ ਦਿਓ। ਤੁਸੀਂ ਤੇ ਵੀਡੀਓ ਬਣਾ ਕੇ ਛੱਡ ਦੇਣੀ, ਲੇਕਿਨ ਉਸ ਧੀ ਧਿਆਣੀ ਦੀ ਜ਼ਿੰਦਗੀ ਜਿਹੜੀ ਆ ਉਹ ਜ਼ਾਇਆ ਹੋ ਜਾਂਦੀ ਆ, ਉਹਨੂੰ ਸਾਰੀ ਉਮਰ ਵਾਸਤੇ ਤਾਨੇ ਮਿਲਣਾ ਪੈਂਦੇ ਆ। ਬਾਬੇ ਰਹਿਮੇ ਖਰਾਸ ਦੀ ਗੱਲ ਸੁਣਾਉਣ ਦਾ ਸਿਰਫ ਇਹੀ ਮਕਸਦ ਸੀਗਾ ਕਿ ਤੁਸੀਂ ਸਬਕ ਸਿੱਖੋ ਕਿ ਜਦੋਂ ਵੀ ਤੁਸੀਂ ਜ਼ੁਲਮ ਦੇ ਖਿਲਾਫ ਖੜੇ ਹੋਵੋਗੇ, ਜ਼ੁਲਮ ਦੇ ਹੱਕ ਦੇ ਵਿੱਚ ਨਹੀਂ ਖੜੇ ਹੋਣਾ। ਜਦੋਂ ਵੀ ਤੁਸੀਂ ਜ਼ੁਲਮ ਦੇ ਖਿਲਾਫ ਖੜੇ ਹੋਵੋਗੇ, ਰੱਬ ਤੁਹਾਨੂੰ ਫਤਹ ਜ਼ਰੂਰ ਦੇਵੇਗਾ, ਤੁਹਾਨੂੰ ਸੁਰਖਰੂ ਕਰੇਗਾ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਤੇ ਬਾਬੇ ਰਹਿਮੇ ਵਾਸਤੇ ਦੁਆ ਕਰਨਾ ਕਿ ਅੱਲਾਹ ਪਾਕ ਉਹਨੂੰ जन्नतुल फिरदौस आला मकाम अता फरमाए। दुआवां याद रखना। अल्लाह हाफिज़।